ਜਾਂ ਸਾਡੀ ਕੌਮ ਨੂੰ ਜਾਂ ਪੰਜਾਬ 'ਚ ਵਸਦੇ ਲੋਕਾਂ ਨੂੰ ਸਮਝ ਆ, ਤਾਂ ਅਸੀਂ ਇਹ ਪਹਿਲਾਂ ਗੱਲ ਮੰਨ ਕੇ ਚੱਲੀਏ ਵੀ ਸਾਨੂੰ ਬਾਹਲੀ ਸਮਝ ਨਹੀਂ ਆ, ਸਾਡਾ ਹਜੇ ਸਮਝ ਦਾ ਪੱਧਰ ਵੀ ਬਹੁਤ ਨੀਵਾਂ। ਸਮੂਹਿਕ ਤੌਰ ਤੇ ਵੀ ਆਪਦੀ ਸਮਝ ਨੂੰ ਉੱਤੇ ਉਠਾਉਣਾ ਪਊਗਾ। ਫਰਕ ਪਤਾ ਹੋਣਾ ਚਾਹੀਦਾ ਵੀ ਵਿਕਟਮ ਕੌਣ ਆ ਤੇ ਕਲਪਰੇਟ ਕੌਣ ਆ। ਜਿਹੜਾ ਹਿੰਦੂ ਰਾਸ਼ਟਰ ਦਾ ਫਲਸਫਾ ਅੱਜ BJP ਵਾਲੇ RSS ਵਾਲੇ ਲੈ ਕੇ ਫਿਰਦੇ ਆ, ਅੱਜ ਤੱਕ ਸਾਡਾ ਹੋ ਚੁੱਕਿਆ ਸੀ ਬਾਈ ਜੀ। ਜੇ ਸਾਡੇ ਕੋਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਕੌਮ ਨੂੰ ਨਾ ਮਿਲੇ ਹੁੰਦੇ, ਅੱਜ ਲੋੜ ਆ ਸਾਨੂੰ ਆਪਦੇ ਅੰਦਰ ਉਸ ਜਜ਼ਬੇ ਨੂੰ ਅਵਚੇਤਨ ਮਨ 'ਚ, ਜਿਹੜੇ ਜਜ਼ਬੇ ਨੇ 26 ਨਵੰਬਰ ਨੂੰ ਸਾਡੇ ਤੋਂ ਬੈਰੀਕੇਡ ਤੜਾਏ ਸੀ, ਜਿਹੜੇ ਜਜ਼ਬੇ ਨੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਚਲਾਏ ਸੀ। ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਜਿਹੜਾ ਕੋਈ ਉੱਥੇ ਬੰਦਾ ਗਿਆ, ਜਿਹੜੇ ਜਜ਼ਬੇ ਨੇ ਉਹਨੂੰ ਸੁੱਧਾ ਲਾਇਆ ਉਸ ਜਜ਼ਬੇ ਨੂੰ ਜਗਾਉਣ ਦੀ। ਹੁਣ ਜਦੋਂ ਅਸੀਂ ਲੰਗਰ ਲਾਉਣੇ ਆ, ਸੇਵਾ ਕਰਦੇ ਆ, ਉਦੋਂ ਤਾਂ ਜਾਂ ਬਾਰਡਰਾਂ ਤੇ ਲੜਦੇ ਆ, ਉਦੋਂ ਸਿੱਖ ਬਹੁਤ ਚੰਗੇ ਆ, ਉਦੋਂ ਮਾੜੇ ਨਹੀਂ, ਉਦੋਂ ਬਹੁਤ ਚੰਗੇ ਆ। ਕਿਉਂ? ਉਹ ਸਾਨੂੰ ਗੁਰੂ ਨੇ ਸਿਖਾਇਆ, ਤੇ ਇਹ ਵੀ ਤਾਂ ਸਾਨੂੰ ਗੁਰੂ ਨੇ ਹੀ ਸਿਖਾਇਆ ਨਾ। ਸਿੱਖੀ ਦਾ ਇੱਕ ਪੈਕੇਜ ਆ ਨਾ। ਜਦੋਂ ਕਾਨੂੰਨ ਇੰਨਾ ਪੱਖਪਾਤੀ ਹੋ ਜੇ, ਤੁਹਾਨੂੰ ਤੁਹਾਡਾ ਨਿਆਂ ਨਾ ਮਿਲੇ, ਫਿਰ ਤੁਸੀਂ ਕੀ ਕਰੋਗੇ? ਆਪਦਾ ਨਿਆਂ ਤਾਂ ਲਓਗੇ ਨਾ। ਸਾਨੂੰ 84 ਦਾ ਨਿਆਂ ਮਿਲ ਗਿਆ, ਲਤਾੜ ਕੇ ਦਗੜ ਕੇ ਸ਼ਹੀਦ ਕੀਤਾ ਗਿਆ ਸਟੇਟ ਦੇ ਟੈਰਰ ਨੇ, ਸਾਨੂੰ ਉਹਨਾਂ ਦਾ ਨਿਆਂ ਮਿਲ ਗਿਆ। ਅੱਛਾ, ਫਿਰ ਉੱਥੇ ਜਿਹੜੇ ਬੰਦੇ BJP ਦੇ ਮਾਰੇ ਅਸੀਂ, ਫਿਰ ਤਾਂ ਅਸੀਂ ਵੀ ਕਾਨੂੰਨ ਹੱਥ 'ਚ ਲੈ ਲਿਆ ਸੀ। ਉਹਦੇ ਕਾਨੂੰਨ ਉਹਦੇ ਤਾਂ ਟਕੈਤ ਸਾਹਿਬ ਉਹ ਕਹਿ ਰਹੇ ਆ ਵੀ ਇਹ ਐਕਸ਼ਨ ਦਾ ਰਿਐਕਸ਼ਨ ਆ। ਇੱਥੇ ਐਕਸ਼ਨ ਦਾ ਰਿਐਕਸ਼ਨ ਕਿਸੇ ਨੂੰ ਨਹੀਂ ਦਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਸੰਗਤ ਜੀਓ, ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ। ਤੇ ਫਤਿਹ ਦੀ ਸਾਂਝ ਪਾਉਣ ਲਈ ਆਪਦੀ ਬਿਰਤੀ ਜਿਹੜੀ ਤੁਸੀਂ ਲੈ ਕੇ ਜਾਣੀ ਆ, ਉਹ ਕਿੱਥੇ ਲੈ ਕੇ ਜਾਣੀ ਆ? ਜਦੋਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਸੀ, ਜਿਹੜੀ ਧਰਤੀ ਤੇ ਤੁਸੀਂ ਬੈਠੇ ਹੋ, ਤੇ ਉਹ ਸ਼ਹੀਦੀ ਸਥਾਨ ਇੱਥੋਂ ਕੁਝ ਕਦਮਾਂ ਦੀ ਦੂਰੀ ਤੇ ਹੀ ਆ। ਸੋ ਜੇ ਸਾਡੇ ਅੰਦਰ ਉਹ ਜਜ਼ਬਾ, ਉਹ ਬਿਰਤੀ ਅੱਜ ਨਾ ਪੈਦਾ ਹੋਈ, ਇੱਥੇ ਆਉਣ ਦਾ ਕੋਈ ਸਾਡਾ ਮਕਸਦ ਕਾਮਯਾਬ ਨਹੀਂ ਹੋਣਾ। ਸੋ ਜਦੋਂ ਉਸ ਇੰਨੀ ਛੋਟੀ ਨਾਦਾਨ ਉਮਰ 'ਚ ਐਡੇ ਲਸਾਨੀ ਸ਼ਹਾਦਤ, ਜਿਹਨੇ ਸਾਡੇ ਸਿੱਖ ਪੰਥ ਦੀ ਜਾਂ ਜੋ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਸਾਨੂੰ ਫਲਸਫੇ ਦਿੱਤੇ, ਸਿਧਾਂਤ ਦਿੱਤੇ, ਉਹਨਾਂ ਤੇ ਖੜ ਕੇ ਤੇ ਉੱਥੋਂ ਇੱਕ ਨਵੀਂ ਲੀਹ ਵਾਹ ਦੇਣੀ। ਸੋ ਜੇ ਬਿਰਤੀ ਉੱਥੇ ਨਾ ਲੈ ਕੇ ਗਏ ਤੇ ਆਪਾਂ ਫਤਿਹ ਬੁਲਾ ਰਹੇ ਹਾਂ, ਫਿਰ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਆਪਦੀ ਬਿਰਤੀ ਉਸ ਵੇਲੇ 'ਚ ਲੈ ਕੇ ਜਾਓ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਖੜੇ ਦੋ ਛੋਟੀਆਂ ਜਿੰਦਾਂ, ਤੇ ਉਹਨਾਂ ਨੇ ਕੀ ਗੱਲਾਂ ਕੀਤੀਆਂ ਹੋਣੀਆਂ ਤੇ ਕੀ ਕੁਝ ਸਿਹਾ ਹੋਣਾ, ਪਰ ਸਿਦਕ ਕਿੰਨਾ, ਤੇ ਉਹ ਅਡਲ ਰਿਹਾ, ਉਹ ਡੋਲੇ ਨਹੀਂ ਜਮਾਂ ਵੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਕੱਠੇ ਤਾਂ ਹੋ ਜਾਂਦੇ ਆ, ਸਾਰਿਆਂ ਦੇ ਅੰਦਰ ਇੱਕ ਜਜ਼ਬਾ ਅਵਚੇਤਨ ਮਨ 'ਚ ਗੱਲ ਪਈ ਆ। ਕਈ ਵਾਰੀ ਸਮਝ ਵੀ ਨਹੀਂ ਆਉਂਦੀ ਵੀ ਕਿਉਂ ਜਾਣਾ, ਕੀ ਗੱਲਾਂ ਕਰਨੀਆਂ, ਇਕੱਠੇ ਕਿਉਂ ਹੋਣਾ। ਜੋ ਮੌਜੂਦਾ ਸਮਾਜੀ ਹਕੀਕਤ ਆ, ਸੂਰਤੇ ਹਾਲ ਆ, ਉਸ ਹਕੀਕਤ ਤੋਂ ਅਸੀਂ ਕੋਈ ਬਾਹਲੇ ਸੰਤੁਸ਼ਟ ਨਹੀਂ ਆ। ਇਹੀ ਸਾਂਝ ਆਪਣੀ ਅੱਜ ਵੀ ਆਪਾਂ ਇੱਥੇ ਇਕੱਠੇ ਹੋਏ ਆ, ਜਿਹਨੂੰ ਸੋਸ਼ਲ ਰਿਐਲਿਟੀ ਕਹਿੰਦੇ ਆ, ਜਿਹੜੀ ਲਗਾਤਾਰ ਬਦਲ ਰਹੀ ਆ, ਕਿੱਧਰ ਨੂੰ ਜਾ ਰਹੀ ਆ, ਘਟਨਾਵਾਂ ਕੀ ਵਾਪਰ ਰਹੀਆਂ, ਇਹਨਾਂ ਘਟਨਾਵਾਂ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ। ਇਹ ਘਟਨਾਵਾਂ ਇਤਿਹਾਸ 'ਚ ਵੀ ਵਾਪਰੀਆਂ, ਪਰ ਇਤਿਹਾਸ 'ਚ ਹੂਬਹੂ ਘਟਨਾਵਾਂ ਜੇ ਦੇਖੀਏ ਵੀ ਆਈ ਵਾਪਰਦੀਆਂ ਹੋਣ ਤਾਂ ਆਏ ਨਹੀਂ ਹੁੰਦਾ। ਪਰ ਹਾਂ, ਉਹਨਾਂ ਦੇ ਵਿੱਚ ਕੋਈ ਇੱਕ ਬਿਰਤੀ, ਇੱਕ ਡੋਰ, ਜਾਂ ਕਹਿ ਲਈਏ ਜੋ ਵਰਤਾਰੇ ਵਾਪਰ ਗਏ ਪਹਿਲਾਂ, ਜੋ ਉਸ ਵੇਲੇ ਦੀ ਰਾਜ ਕਰ ਰਹੀ ਧਿਰਾਂ ਸਰਕਾਰ ਨੇ ਜਾਂ ਭਾਰਤੀ ਹਕੂਮਤ ਦੇ ਸਟੇਟ ਨੇ ਸਾਡੇ ਨਾਲ ਕੀਤਾ, ਤੇ ਜੋ ਅੱਜ ਵਾਪਰ ਰਿਹਾ ਉਹਦੇ 'ਚ ਕੋਈ ਬਾਹਲਾ ਫਰਕ ਨਹੀਂ ਆ। ਸੋ ਗੱਲ ਜਾ ਕਿੱਧਰ ਨੂੰ ਰਹੀ ਆ?
ਅਸੀਂ ਅੱਜ ਇੱਥੇ ਬੈਠੇ ਸੋਸ਼ਲ ਰਿਐਲਿਟੀ ਨੂੰ, ਮੌਜੂਦਾ ਸਮਾਜੀ ਹਕੀਕਤ ਨੂੰ ਤਾਂ ਅਸੀਂ ਸਮਝ ਰਹੇ ਹਾਂ, ਫਿਰ ਅਸੀਂ ਇਹਦਾ ਹੱਲ ਕਿਵੇਂ ਕੱਢੀਏ ਜਾਂ ਅਸੀਂ ਇਸ ਗੱਲ ਨੂੰ ਸਮਝੀਏ ਵੀ ਕਿਵੇਂ ਪਹਿਲਾਂ। ਕਿਉਂਕਿ ਜੇ ਅਸੀਂ ਇਸ ਗੱਲ ਨੂੰ ਇਹ ਦੇਖੀਏ ਵੀ ਸਾਨੂੰ ਬਹੁਤ ਸਮਝ ਆ ਮਸਲਿਆਂ ਦੀ, ਜਾਂ ਸਾਨੂੰ ਇਸ ਮੌਜੂਦਾ ਹਕੀਕਤ ਦੀ ਸਮਝ ਆ, ਜਾਂ ਸਾਡੀ ਕੌਮ ਨੂੰ ਜਾਂ ਪੰਜਾਬ 'ਚ ਵਸਦੇ ਲੋਕਾਂ ਨੂੰ ਸਮਝ ਆ, ਤਾਂ ਅਸੀਂ ਇਹ ਪਹਿਲਾਂ ਗੱਲ ਮੰਨ ਕੇ ਚੱਲੀਏ ਵੀ ਸਾਨੂੰ ਬਾਹਲੀ ਸਮਝ ਨਹੀਂ ਆ, ਸਾਡਾ ਹਜੇ ਸਮਝ ਦਾ ਪੱਧਰ ਵੀ ਬਹੁਤ ਨੀਵਾਂ। ਸੋ ਸਾਨੂੰ ਇੱਕ ਕਲੈਕਟਿਵ ਤੌਰ ਤੇ, ਇੱਕ ਸਮੂਹਿਕ ਤੌਰ ਤੇ ਵੀ ਆਪਦੀ ਸਮਝ ਨੂੰ ਉੱਤੇ ਉਠਾਉਣਾ ਪਊਗਾ। ਹੁਣ ਜਿਹੜੇ ਬੰਦੇ ਇਹ ਸੋਚ ਰਹੇ ਆ ਵੀ ਇਹ ਹਾਲਾਤ ਜੋ ਪੈਦਾ ਕੀਤੇ ਜਾ ਰਹੇ ਆ, ਇਹ ਸਾਡੇ ਪੈਦਾ ਨਹੀਂ ਕੀਤੇ ਹੋਏ ਜਾਂ ਸਾਡੇ ਲੋਕਾਂ ਦੇ ਵੀ ਨਹੀਂ ਪੈਦਾ ਕੀਤੇ ਹੋਏ, ਇਹ ਤਾਂ ਸਾਡੇ ਗਲ ਪਏ ਆ, ਇਹ ਸਾਡੇ ਗਲ ਪਾਏ ਜਾ ਰਹੇ ਆ। ਅਸੀਂ ਵਿਕਟਮ ਆ। ਸੋ ਵਿਕਟਮ ਧਿਰ ਤੇ ਇੱਕ ਜਿਹੜੀ ਧਿਰ ਹੁੰਦੀ ਆ ਕਲਪਰੇਟ, ਜਿਨ੍ਹਾਂ ਨੇ ਸਾਡੇ ਹਾਲਾਤ ਇਹ ਗਲ ਪਾਏ ਆ, ਇਹਦੇ 'ਚ ਡਿਸਟਿੰਕਸ਼ਨ ਕਰਨੀ ਵੀ ਬਹੁਤ ਜ਼ਰੂਰੀ ਆ। ਇਹਦੇ 'ਚ ਸਾਨੂੰ ਫਰਕ ਪਤਾ ਹੋਣਾ ਚਾਹੀਦਾ ਵੀ ਵਿਕਟਮ ਕੌਣ ਆ ਤੇ ਕਲਪਰੇਟ ਕੌਣ ਆ। ਇੱਥੇ ਅਗਲੀ ਗੱਲ, ਜਦੋਂ ਮੈਂ ਕਿਹਾ ਸਾਡੀ ਇੱਕ ਸਮੂਹਿਕ ਤੌਰ ਤੇ ਜਾਂ ਕਲੈਕਟਿਵ ਕੌਨਸ਼ੀਅਸਨੈਸ ਜਿਹਨੂੰ ਕਹਿੰਦੇ ਆ, ਸਾਨੂੰ ਉਹਦਾ ਵੀ ਇੰਟਲੈਕਚੁਅਲ ਪੱਧਰ ਆ ਜੋ ਇੱਕ ਬੌਧਿਕ ਲੈਵਲ ਆ, ਉਹ ਵੀ ਉੱਤੇ ਚੱਕਣਾ ਪਊਗਾ, ਤਾਂ ਗੱਲਾਂ ਦੀ ਸਮਝ ਆਊਗੀ। ਕਿਤੇ ਕਈ ਵਾਰੀ ਲੰਬੇ ਸਮੇਂ ਤੱਕ ਇਸ ਗੱਲ ਤੇ ਵਿਚਾਰ ਚਰਚਾ ਹੁੰਦੀ ਆ, ਸਿਰ ਜੋੜ ਕੇ ਬੈਠਿਆ ਜਾਂਦੇ ਆ ਵੀ ਮਸਲਿਆਂ ਨੂੰ ਸਮਝੀਏ ਤਾਂ ਸਹੀ, ਕਿਉਂਕਿ ਸਾਡੇ ਕੋਲੇ ਕੋਈ ਇਲਹਾਮ ਤਾਂ ਹੈ ਨਹੀਂ। ਅਸੀਂ ਕੋਈ ਇਹ ਕਹਿ ਦਈਏ ਵੀ ਅਸੀਂ ਦੈਵੀ ਸ਼ਕਤੀ ਜਾਂ ਕੋਈ ਦੈਵੀ ਇੱਕ ਇਲਹਾਮ ਲੈ ਕੇ ਫੇਰ ਆਏ ਆ, ਉਹ ਤਾਂ ਹੈ ਨਹੀਂ। ਇੱਕ ਇੰਟਲੈਕਚੁਅਲ ਪੱਧਰ ਤੇ ਹੀ ਗੱਲਾਂ ਨੂੰ ਸਮਝ ਰਹੇ ਆ, ਤੇ ਜੇ ਇੰਟਲੈਕਚੁਅਲ ਪੱਧਰ ਤੇ, ਇੱਕ ਬੌਧਿਕ ਪੱਧਰ ਤੇ ਗੱਲਾਂ ਨੂੰ ਸਮਝ ਰਹੇ ਆ, ਸੋ ਫਿਰ ਕਿਸੇ ਦੀ ਸਮਝ ਕਿਸੇ ਵਿਸ਼ੇ ਨੂੰ ਲੈ ਕੇ ਹੁੰਦੀ ਆ, ਕਿਸੇ ਦੀ ਕਿਸੇ, ਉਹ ਜਿਹੜਾ ਕਹਿੰਦਾ ਪਰਸਪੈਕਟਿਵ, ਵੀ ਵੱਖਰੇ ਵੱਖਰੇ ਪਰਸਪੈਕਟਿਵ ਹੁੰਦੇ ਆ। ਗੱਲ ਮਸਲਿਆਂ ਨੂੰ ਸਮਝਣਾ ਤੇ ਆਪਦੇ ਬੌਧਿਕ ਲੈਵਲ ਨੂੰ, ਸਮੂਹਿਕ ਤੌਰ ਤੇ ਕੌਮ ਨੂੰ ਉੱਥੇ ਲੈ ਕੇ ਜਾਣਾ, ਇਹਦੀ ਬਹੁਤ ਵੱਡੀ ਜ਼ਰੂਰਤ ਆ। ਸੋ ਅੱਜ ਇਕੱਠੇ ਹੋਣ ਦਾ ਮਕਸਦ ਕੀ ਆ? ਅੱਜ ਇਕੱਠੇ ਹੋਣ ਦਾ ਮਕਸਦ ਇਹ ਆ ਵੀ 47 ਤੋਂ ਲੈ ਕੇ 70 ਦੇ ਦਹਾਕਿਆਂ ਤੱਕ ਅਸੀਂ ਬਹੁਤ ਕੁਝ ਸਿਹਾ। ਇੱਕ ਸੰਘਰਸ਼ ਪੈਦਾ ਹੋਇਆ ਉਹਨਾਂ ਉਹ 70-80 ਦੇ ਦਹਾਕੇ 'ਚ। ਉਹ ਸੰਘਰਸ਼ ਜਾਂ ਉਸ ਫਾਊਂਡੇਸ਼ਨ ਤੇ ਅੱਜ ਅਸੀਂ ਖੜੇ ਹਾਂ, ਤੇ ਲਗਾਤਾਰ ਜਿਹੜਾ ਇੱਕ ਕਹਿੰਦੇ ਆ ਨੁਕਸਾਨ ਕਰਾਉਣਾ, ਚਾਹੇ ਆਪਦੇ ਅਸੀਂ ਬੰਦੇ, ਆਪਦੇ ਜਰਨੈਲ, ਉਹਨਾਂ ਦੀਆਂ ਸ਼ਹਾਦਤਾਂ ਹੋਣ, ਸਾਡੇ ਅਜ਼ਮਤ ਤੇ ਸ਼ਾਨ ਦਰਬਾਰ ਸਾਹਿਬ ਦੀ, ਤੇ ਉੱਥੇ ਟੈਂਕ ਚੜਾਏ ਜਾਣ, ਸਾਡੀ ਨਸਲਕੁਸ਼ੀ ਕੀਤੀ ਜਾਵੇ, ਤੇ ਫਿਰ ਵੱਡੇ ਵੱਡੇ ਸੰਘਰਸ਼ ਪੈਦਾ ਹੋਣੇ, ਗੁਰਦੁਆਰੇ ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਵੇ। ਫਿਰ ਹੁਣ ਗੱਲ ਪਹੁੰਚ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੱਕ। ਜੋ ਇਹ ਗੱਲਾਂ ਵਾਪਰ ਰਹੀਆਂ ਸੀ ਲਗਾਤਾਰ, ਇਹ 47 ਤੋਂ ਲੈ ਕੇ, ਹੋ ਸਕਦਾ ਜਦੋਂ ਤੋਂ ਸਾਡਾ ਰਾਜ ਸਾਥੋਂ ਗਿਆ ਤੇ ਅੰਗਰੇਜ਼ ਹਕੂਮਤ ਆਈ, ਉੱਥੋਂ ਗੱਲ ਸ਼ੁਰੂ ਹੋ ਗਈ ਸੀ, ਤੇ ਸਾਡੇ ਤੇ ਲਗਾਤਾਰ ਇਹ ਘਟਨਾਵਾਂ, ਇਹ ਵਰਤਾਰੇ ਵਾਪਰ ਰਹੇ ਆ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਜੋ ਅੱਜ ਆਪਾਂ ਇਕੱਠੇ ਹੋ ਕੇ ਬੈਠੇ ਆ, ਜਾਂ ਇਹ ਕਹਿ ਲਓ ਇੱਕ ਛੋਟਾ ਜਿਹਾ ਬੇਬੀ ਸਟੈਪ, ਜਿਵੇਂ ਆਪਾਂ ਕਿਹਾ ਸੀ, ਜਿਹੜੀ ਆਪਣੀ ਜਥੇਬੰਦੀ ਦੀ ਹੈ, ਇੱਕ ਸਮਾਲ ਸਟੈਪ ਆ, ਇੱਕ ਬੇਬੀ ਸਟੈਪ ਆ। ਨਾ ਤਾਂ ਆਪਣੇ ਕੋਲੇ ਕੋਈ ਰਿਸੋਰਸਿਸ ਆ, ਨਾ ਪੈਸੇ ਆ, ਨਾ ਕੋਈ ਉਹਦਾ ਇੱਕ ਨਾ ਦਫ਼ਤਰ ਆ, ਨਾ ਕੋਈ ਢਾਂਚਾ। ਹਜੇ ਤਾਂ ਆਪਣੇ ਕੋਲੇ ਕੁਝ ਵੀ ਨਹੀਂ ਹੈ, ਇੱਕ ਸੋਚ ਆ। ਉਹੀ ਸੋਚ ਉਹਨਾਂ ਸਿਧਾਂਤਾਂ ਤੇ ਜੋ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹੈ। ਜੋ ਸੰਤ ਜਰਨੈਲ ਸਿੰਘ, ਕੌਮ ਦੇ ਮਹਾਨ ਸ਼ਹੀਦ, ਜਿਹੜੇ ਕੌਮ ਦੀਆਂ ਅਨੇਕਾਂ ਦਹਾਕਿਆਂ ਦੀ ਅਰਦਾਸਾਂ ਤੋਂ ਬਾਅਦ ਕਿਤੇ ਸਾਨੂੰ ਮਿਲੇ ਸੀ। ਕਿਉਂਕਿ ਜਦੋਂ ਉਹੋ ਜਿਹੀ ਸ਼ਖਸੀਅਤ, ਉਹੋ ਜਿਹੀ ਕੋਈ ਰੂਹ ਸਾਡੇ 'ਚ ਆਉਂਦੀ ਆ, ਉਹ ਐਂ ਨਹੀਂ ਵਾਪਰ ਜਾਂਦੀ ਗੱਲ ਵੀ ਬਸ ਕਿਤੇ ਜੰਮ ਪਏ ਤੇ ਆ ਗਏ। ਇਹ ਤਾਂ ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਜਾਂਦੀਆਂ ਉਹਨਾਂ ਬੰਦਿਆਂ ਵੱਲੋਂ ਵੀ ਹੇ ਅਕਾਲ ਪੁਰਖ ਵਾਹਿਗੁਰੂ, ਹੁਣ ਤਾਂ ਕਿਸੇ ਨੂੰ ਭੇਜ, ਹੁਣ ਤਾਂ ਕਿਤੇ ਗੱਲ ਜਾ ਕੇ ਪ੍ਰਤੱਖ ਹੋਵੇ, ਕੋਈ ਨਾ ਕੋਈ ਆ ਕੇ ਸਾਡੀ ਬਾਹ ਫੜੇ, ਹੁਣ ਤਾਂ ਕੋਈ ਉਹ ਸ਼ਖਸੀਅਤ, ਕੋਈ ਮਹਾਨ ਬ੍ਰਹਮ ਗਿਆਨੀ
ਜਿਹੜੀ ਰੂਹ ਉਹ ਸਾਡੇ 'ਚ ਭੇਜ ਤੇ ਉਦੋਂ ਬਾਅਦ ਉਹ ਸਾਨੂੰ ਮਿਲੇ। ਜਿਹੜੇ ਇਸ ਪੂਰੇ ਅੱਜ ਤੱਕ ਸਾਡਾ ਵੀ ਜਿਹੜਾ ਹਿੰਦੂ ਰਾਸ਼ਟਰ ਦਾ ਫਲਸਫਾ ਅੱਜ BJP ਵਾਲੇ RSS ਵਾਲੇ ਲੈ ਕੇ ਫਿਰਦੇ ਆ, ਅੱਜ ਤੱਕ ਸਾਡਾ ਹੋ ਚੁੱਕਿਆ ਸੀ ਬਾਈ ਜੀ। ਜੇ ਸਾਡੇ ਕੋਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਕੌਮ ਨੂੰ ਨਾ ਮਿਲੇ ਹੁੰਦੇ, 20ਵੀਂ ਸਦੀ ਦਾ ਮਹਾਨ ਸ਼ਹੀਦ ਦਾ ਦਰਜਾ ਜਿਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਦਿੱਤਾ, ਜੇ ਉਹ ਨਾ ਆਏ ਹੁੰਦੇ ਅੱਜ ਤੱਕ ਸਾਡਾ ਵੀ ਹਿੰਦੂਕਰਨ ਹੋ ਗਿਆ ਸੀ। ਸੋ ਗੱਲ ਆਪਾਂ ਇੱਥੇ ਮਜ਼ਹਬੀ ਵੀ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਇਹ ਨਹੀਂ ਕਰ ਰਹੇ, ਗੱਲ ਤਾਂ ਵਿਆਪਕਤਾ ਦੀ ਇੱਕ ਡਾਇਵਰਸਿਟੀ ਦੀ ਕਰ ਰਹੇ ਆ। ਗੱਲ ਸਮਝਣੀ ਕੀ ਆ, ਘਟਨਾਵਾਂ ਨੂੰ ਕਿਵੇਂ ਦੇਖੀਏ, ਆਪਦੀ ਵਿਆਪਕਤਾ ਨੂੰ, ਆਪਦੀ ਡਾਇਵਰਸਿਟੀ ਨੂੰ, ਸਾਡੇ ਨਿਆਰੇਪਣ ਨੂੰ, ਸਾਡੀ ਵਿਲੱਖਣਤਾ ਨੂੰ ਕਿਵੇਂ ਬਚਾ ਕੇ ਰੱਖੀਏ। ਸੋ ਅੱਜ ਜੋ ਕੌਮ ਦੇ ਸਾਹਮਣੇ, ਪੰਜਾਬ ਦੇ ਸਾਹਮਣੇ ਸੰਕਟ ਸਾਨੂੰ ਦਿਸ ਰਹੇ ਆ, ਕਿਸਾਨੀ ਅੰਦੋਲਨ ਵੀ ਉੱਥੋਂ ਹੀ ਪੈਦਾ ਹੋਇਆ, ਉਹਨਾਂ ਗੱਲਾਂ ਨੂੰ ਕਿਵੇਂ ਸਮਝੀਏ। ਸੋ ਜੋ ਮਸਲੇ ਸਾਡੇ ਲਈ ਪੈਦਾ ਕੀਤੇ ਜਾ ਰਹੇ ਆ, ਸਾਡੇ ਗਲਾਂ 'ਚ ਪਾਏ ਜਾ ਰਹੇ ਆ, ਉਹਨਾਂ ਮਸਲਿਆਂ ਨੂੰ ਕਿਵੇਂ ਦੇਖੀਏ ਤੇ ਫਿਰ ਇਹਦਾ ਹੱਲ ਕੀ ਕੱਢਿਆ ਜਾਣਾ ਚਾਹੀਦਾ, ਇਹਦੇ ਹੱਲ ਹੋਣੇ ਕੀ ਚਾਹੀਦੇ। ਮੇਰਾ ਪਹਿਲਾਂ ਆ ਕੇ ਕੁਛ ਆਪਦੇ ਬੋਲ ਤੁਹਾਡੇ ਨਾਲ ਸਾਂਝੇ ਕਰਨ ਦਾ ਮਕਸਦ ਹੀ ਇਹ, ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰਨਾ, ਮਸਲਿਆਂ ਨੂੰ ਸਮਝਣਾ। ਸਾਡੇ ਜਿਹੜੇ ਬੌਧਿਕ ਲੈਵਲ ਤੇ ਵਿਦਵਾਨ ਆ, ਸਦਾ ਕਰਮਜੀਤ ਸਿੰਘ ਵਰਗੇ ਬਾਪੂ ਜੀ ਬੈਠੇ ਆ, ਜਥੇਦਾਰ ਹਵਾਰਾ ਜੀ ਦੇ, ਹਨਾ, ਹੋਰ ਆਪਣਾ ਬਾਈ ਰਾਏਕੋਟ ਵਾਲੇ ਜਸਵਿੰਦਰ ਬਾਈ ਬੈਠੇ ਆ, ਹੋਰ ਆਪਣਾ ਸੁਖਵਿੰਦਰ ਵੀ ਆਇਆ ਸੱਥ, ਜਿਹੜੀ ਆਪਣੀ ਇੱਕ ਸਟੂਡੈਂਟ ਜਥੇਬੰਦੀ ਆ, ਉਹਨਾਂ ਨੇ ਬੜਾ ਸੰਘਰਸ਼ ਆਪਦਾ ਯੂਨੀਵਰਸਿਟੀ ਕਾਲਜ ਪੱਧਰ ਤੇ ਆਪਦਾ ਸ਼ੁਰੂ ਕੀਤਾ ਹੋਇਆ। ਭਾਣਾ ਬਾਈ ਬੈਠਾ, ਗੁਰਮੀਤ ਬਾਈ, ਮਨਜੀਤ, ਫੌਜੀ ਬਾਈ, ਹੋਰ ਜਿਹੜੇ ਬੰਦੇ ਆਪਣੇ, ਚਲੋ ਹੋਰ ਜੁਝਾਰੂ ਸਿੰਘ, ਜਿਨ੍ਹਾਂ ਦਾ ਕਈ ਵਾਰੀ ਜਦੋਂ ਤੁਸੀਂ ਖੜੇ ਹੋ ਸਟੇਜ ਤੇ ਨਾ ਤੁਹਾਡੇ ਵੈਸੇ ਹੀ ਨਾਂ ਨਹੀਂ ਚੇਤੇ ਆਉਂਦਾ ਹੁੰਦਾ, ਪਰ ਹੈ ਸਾਰੇ ਆਪਦੇ ਹੀ। ਗੱਲ ਨਾਵਾਂ ਦੀ ਨਹੀਂ ਆਈ, ਗੱਲ ਇੱਥੇ ਸ਼ਖਸੀਅਤ ਦੀ ਵੀ ਨਹੀਂ ਹੈ, ਕਿਉਂਕਿ ਨਾ ਆਪਾਂ ਨਾਵਾਂ ਪਿੱਛੇ ਜਾਣਾ, ਨਾ ਕਿਸੇ ਸ਼ਖਸੀਅਤ ਪਿੱਛੇ ਜਾਣਾ, ਤੇ ਦੀਪ ਸਿੱਧੂ ਦੀ ਵੀ ਕੋਈ ਹਸਤੀ ਨਹੀਂ ਹੈ। ਗੱਲ ਤਾਂ ਇੱਕ ਕਲੈਕਟਿਵ ਕੌਨਸ਼ੀਅਸਨੈਸ ਦੀ ਆ, ਇੱਕ ਕਲੈਕਟਿਵ ਲੀਡਰਸ਼ਿਪ ਦੀ ਆ। ਤੇ ਜੇ ਅਸੀਂ ਉੱਥੋਂ ਤੱਕ, ਉਸ ਟੀਚੇ ਤੱਕ ਨਾ ਪਹੁੰਚੇ, ਫਿਰ ਆਪਣਾ ਚਾਹੇ ਇਕੱਲੇ ਸੰਘਰਸ਼ ਕਰ ਲਓ, ਚਾਹੇ ਜਥੇਬੰਦਕ ਤੌਰ ਤੇ ਸੰਘਰਸ਼ ਕਰ ਲਓ, ਫਿਰ ਫਾਉਣ ਹੀ ਪੈਣਾ। ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ, ਅੱਜ ਲੋੜ ਆ ਸਾਨੂੰ ਆਪਦੇ ਅੰਦਰ ਉਸ ਜਜ਼ਬੇ ਨੂੰ, ਅਵਚੇਤਨ ਮਨ 'ਚ, ਜਿਹੜੇ ਜਜ਼ਬੇ ਨੇ 26 ਨਵੰਬਰ ਨੂੰ ਸਾਡੇ ਤੋਂ ਬੈਰੀਕੇਡ ਤੜਾਏ ਸੀ, ਜਿਹੜੇ ਜਜ਼ਬੇ ਨੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਚਲਾਏ ਸੀ, ਜਿਹੜੇ ਜਜ਼ਬੇ ਨੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਜਿਹੜਾ ਕੋਈ ਉੱਥੇ ਬੰਦਾ ਗਿਆ, ਜਿਹੜੇ ਜਜ਼ਬੇ ਨੇ ਉਹਨੂੰ ਸੌਦਾ ਲਾਇਆ, ਉਸ ਜਜ਼ਬੇ ਨੂੰ ਜਗਾਉਣ ਦੀ। ਇਹ ਵੀ ਵੱਖਰੀ ਗੱਲ ਆ ਵੀ ਬੜੀ ਨਿੰਦਾ ਕੀਤੀ ਜਾ ਰਹੀ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਇਹ ਗੱਲ ਮੈਂ ਬਾਅਦ 'ਚ ਕਰੂੰਗਾ, ਪਰ ਇੱਕ ਛੋਟਾ ਜਿਹਾ ਇਹਦਾ ਜਵਾਬ ਵੀ ਜੇ ਫੇਰ ਤੁਸੀਂ ਕਹਿੰਦੇ ਹੋ ਅਸੀਂ ਨਲੂਏ ਦੇ ਵਾਰਸ ਹਾਂ, ਫਿਰ ਜੇ ਸਦਾ ਹਰੀ ਸਿੰਘ ਨਲੂਆ ਹੁੰਦੇ ਉਹ ਕੀ ਕਰਦੇ? ਆਪਦੇ ਪਿਓ ਨੂੰ, ਆਪਦੇ ਪਿਓ ਦੀ ਪੱਗ ਨੂੰ ਕੋਈ ਹੱਥ ਪਾਉਂਦਾ। ਜਦੋਂ ਹਰ ਕੌਮ 'ਚ, ਹਰ ਫਿਰ ਖਿੱਤੇ 'ਚ ਜਿਹੜੇ ਲੋਕ ਵਸਦੇ ਆ, ਉਹਨਾਂ ਦੀ ਆਪਦੀ ਇੱਕ ਸੇਕਰਡਨੈਸ ਹੁੰਦੀ ਹੈ। ਸੇਕਰਡਨੈਸ ਨੂੰ ਪੰਜਾਬੀ 'ਚ ਉਹਦਾ ਕੋਈ ਲਫ਼ਜ਼ ਜੇ ਮੈਨੂੰ ਦੱਸੇ ਤਾਂ ਆਪਾਂ ਉਹਨੂੰ ਸਾਂਝਾ ਕਰ ਲਈਏ ਵੀ ਆਪਦੀ ਇੱਕ ਪਵਿੱਤਰਤਾ ਹੁੰਦੀ ਹੈ। ਮੈਂ ਗੱਲ ਇਹ ਸਾਡੇ ਹਿੰਦੂ ਭਾਈਚਾਰੇ ਤੋਂ ਪੁੱਛਦਾ ਵੀ ਜੇ ਤੁਹਾਡੇ ਦੇਵਤੇ ਨੂੰ ਕੋਈ ਹੱਥ ਪਾਵੇ ਤਾਂ ਤੁਸੀਂ ਕੀ ਕਰੋਗੇ? ਅਸੀਂ ਕਿਸੇ ਨੂੰ ਭੜਕਾ ਨਹੀਂ ਰਹੇ। ਮੁਸਲਿਮ ਭਾਈਚਾਰੇ ਤੋਂ ਪੁੱਛਦੇ ਆ, ਤੁਹਾਡੇ ਕਿਸੇ ਪੈਗੰਬਰ ਨੂੰ ਕੋਈ ਹੱਥ ਪਾਵੇ ਤੁਸੀਂ ਕੀ ਕਰੋਗੇ? ਅਸੀਂ ਇਹੀ ਗੱਲ ਕ੍ਰਿਸਚੈਨਿਟੀ ਦੇ, ਇਸਲਾਮ ਦੇ ਜਿਹੜੇ ਉਹਨਾਂ ਦੇ ਕੋਈ ਰਿਪਰੈਜ਼ੈਂਟੇਟਿਵਸ ਆ, ਉਹਨਾਂ ਤੋਂ ਪੁੱਛਦੇ ਆ ਵੀ ਜੇ ਤੁਹਾਡੇ ਜੀਸਸ ਕ੍ਰਾਈਸਟ ਨੂੰ, ਜਿਨ੍ਹਾਂ ਨੂੰ ਅਸੀਂ ਉਹਨਾਂ ਹੀ ਮਾਨ ਆਦਰ ਸਤਿਕਾਰ ਦਿੰਦੇ ਆ, ਉਹਨਾਂ ਨੂੰ ਕੋਈ ਹੱਥ ਪਾਉਂਦਾ ਤਾਂ ਤੁਸੀਂ ਕੀ ਕਰੋਗੇ? ਤੇ ਸਾਡੀ ਵੀ ਤਾਂ ਇੱਕ ਸੇਕਰਡਨੈਸ ਆ ਨਾ, ਸਾਡੇ ਲਈ ਤਾਂ ਹਾਜ਼ਰ ਨਾਜ਼ਰ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ, ਹਾਜ਼ਰ ਨਾਜ਼ਰ ਗੁਰੂ ਆ। ਤੇ ਜੇ ਸਾਡੀ ਪਵਿੱਤਰਤਾ, ਸਾਡਾ ਵਿਸ਼ਵਾਸ, ਸਾਡੀ ਸੇਕਰਡਨੈਸ ਇਸ ਗੱਲ 'ਚ, ਤੇ ਜੇ ਸਾਡੇ ਪਿਓ ਨੂੰ ਕੋਈ ਹੱਥ ਪਾਉਂਦਾ ਫਿਰ ਅਸੀਂ ਵੀ ਉਹ ਕਰਤਾ। ਫਿਰ ਸਿੱਖਾਂ ਕੋਲੇ ਕੋਈ ਆਪਦਾ ਕਾਨੂੰਨ ਤਾਂ ਹੈ ਨਹੀਂ ਨਾ। ਸਿੱਖ ਤਾਂ ਇਸੇ ਦੇਸ਼ ਦੇ ਕਾਨੂੰਨ ਤੇ ਨਿਰਭਰ ਆ।
इस देश 2015 तो गुरु साहब के निरादर करने दी निरंतर कोशिश हो रही। असी इस देश के कानून कोले भी गए, असी कंप्लेंटा FIR, फिर इन्होंने उहदे ते कमेटियां भी बनातियां, हाई कोर्ट के जज लगे, कई पुलिस के रिप्रजेंटेटिव या कमिश्नर लगे, कितों कुछ इंसाफ मिलिया। अज तक जे कोई साडे कोले आपदी जेल हुंदी, आपदा कानून हुंदा, असी फिर आपदी जेल या आपदे कानून च रख दिंदे। पर जे तुसीं सानूं इंसाफ ही नहीं दिता, फिर 5 साल की लगातार भड़काउण की प्रक्रिया जदों तुसीं कर रहे हो तो साडी सेक्रेटनेस नूं तुसीं उहदे ते हमले करदे हो, उहनूं आके तुसीं बार-बार नीवां दिखाउण की कोशिश कर रहे हो। फिर जो होया वो किहड़े जज्बे च होया? उही स्पिरिट, उही जज्बा जिहड़ा 26 नवंबर नूं दिखिया सी, 26 जनवरी नूं दिखिया सी, पूरे किसान संघर्ष च दिखिया सी, उही जज्बा सी जदों ਸਿੰਘਾਂ ने सौदा लाता। फिर तुसीं उस जज्बे नूं कहने हो भी ये तो बहुत माड़ी गल हुई। हुण जदों असीं लंगर लाउणे आ, सेवा करते हैं, उदों तां जां बार्डरां ते लड़दे आ, उदों सिख बहुत चंगे आ, उदों माड़े नहीं, उदों बहुत चंगे आ। क्यों? वो सानूं गुरु ने सिखाया, ते ये भी तो सानूं गुरु ने ही सिखाया ना। सिੱਖੀ ਦਾ एक पैकेज है ना, आपदे आप च एक समुच्चता। ਤੁਸੀਂ ਇਹ ਕਹੀ ਜਾਓ ਵੀ ਸਿੱਖੀ ਦਾ ਇੱਕ ਅੰਸ਼ ਆ ਜਿਹੜਾ, ਉਹਨੂੰ ਤਾਂ ਤੁਸੀਂ ਜਿਉਂਦਾ ਰੱਖੋ, ਬਾਕੀ ਅੰਸ਼ ਮਾਰ ਦਿਓ। ਇਹੀ ਤਾਂ ਲੜਾਈ ਆ, ਸਾਡੀ ਲੜਾਈ ਤਾਂ ਇਹੀ ਆ, ਸਾਡਾ ਸੰਘਰਸ਼ ਹੀ ਇਹ ਆ ਵੀ ਇਹਨੂੰ ਸਮੁੱਚਤਾ 'ਚ ਦੇਖੋ। ਇਹ ਕੋਈ ਅੰਸ਼ ਨਹੀਂ ਹੈ ਇੱਕ ਵੀ ਲੰਗਰ ਸੇਵਾਦਾਰ ਬਣੀ ਜਾਓ ਤੁਸੀਂ, ਪਰ ਜਦੋਂ ਦੂਜਾ ਅੰਸ਼ ਪੈਦਾ ਹੁੰਦਾ, ਉਹ ਜਜ਼ਬਾ ਜਾਗਦਾ, ਉਹਨੂੰ ਕਿਵੇਂ ਨਿੰਦਦੇ ਆ? ਕਾਨੂੰਨ ਹੱਥ 'ਚ ਲੈ ਲਏ। फिर कानून तो शहीद भगत सिंह ने भी हाथ च लिया सी जदों सांडरस ते गोली चलाई सी, जदों असैंबली च बंब सट्टिया सी। फिर शहीद उधम सिंह ने भी कानून हाथ च लिया सी। फिर हर कोई संघर्षी बंदा, जिन्नियां अज तो लैके इतिहास गवाह जिन्हों ने आपदे हक लए, उन्होंने सारिਆਂ ने कानून हाथ च लई सी। जदों कानून इन्ना पक्षपाती हो जाए, तुहानूं तुहाडा न्याय ना मिले, फिर तुसीं की करोगे? आपदा न्याय तो लओगे ना। सानूं 84 का न्याय मिल गया, दसो जे मिल गया होवे तां। 84 तो बाद साडे पिंडां चों परिवारां दे परिवार खत्म करते, इन्हां ने कट मारे, उहदा न्याय मिल गया। खालड़ा साहब का न्याय मिल गया। न्याय दिता कदे सानू? सो ये जिहड़ी दूरे मापदंड आ ना, फिर तो असी किसानी संघर्ष जदों साडे जिन्हां दी असीं अंतिम अरदास लई अज अखंड पाठ साहब उन्हां दे भोग पाए आ, जिहड़े लखीमपुर खीरी च साडे बंदे जिन्हां नूं लताड़ के दगड़ के शहीद किया गया स्टेट के टैरर ने, सानू उन्हां दा न्याय मिल गया। अच्छा, फिर उत्थे जिहड़े बंदे BJP दे मारे असी, फिर तो असी भी कानून हाथ च ले लिया सी। उहदे कानून उहदे तो टिकैत साहब वो कह रहे हैं भी ये एक्शन का रिएक्शन आ, इत्थे एक्शन का रिएक्शन किसी नूं नहीं दिंदा। यही गल संतां ने प्रतक्ष कराई सी भी गल की है, ये सिस्टम की है, ये ताना बाना की है, ये वापरी की जाता, इनू तो पछाणो, इस गल नूं तां समझिए। इत्थे पंजाब दी सिखां दी विलक्षणता या साडी सभ्याचारक होंद ते किस तरह का हमला किया जा रहा, इस गल नूं तां समझो। सो एक जिहड़ा अज सिस्टम उसार दिता गया पिछले 17-75 सालों तो, जे असीं ये कहिए भी वो कल्चरली या एक जिहड़ा सभ्याचारक तौर पर वो निरपक्ष आ, बस इत्थे प्रॉब्लम आ, वो सभ्याचारक तौर पर निरपक्ष सिस्टम नहीं है। सो फिर अज दीयां घटनावां जिहड़ियां BSF लाती या साडी किसानी संघर्ष नूं ही लै लो, या जिवें साडे बंदे मारे जा रहे आ, साडा वो सियासी सिख कैदी
शेर सिंह जिहड़ा जेल च बैठा बेचारा शहीद हो गया इलाज पट्टों। ये वितकरे पंजाब नाल जिस तरह का वतीरा या पंजाब नाल जिस तरह का एक माहौल रचिया जा रहा है, इत्थे इन्हां गल्लां नूं आपां करन वास्ते इकट्ठे होए हां। इत्थे इस सिस्टम च इहदा कोई भी यूनिट होवे जिहड़ी मर्जी इकाई इस सिस्टम की वो साडे उल्ट भुगत रही है। साडे सभ्याचार दे भी, साडी धार्मिक होंद दे भी, साडे फलसफिਆਂ दे भी ते पंजाब दे भी। सो अज की लोड़ की आ, मसलिਆਂ ਨੂੰ समझना किवें आ, ये गल्लां साडे लई करनियां बड़ियां जरूरी आ। समा वो आ गया जदों तुसीं किसी आउण वाले खतरे नूं देख रहे हो तो तुसीं लोकां नूं इकट्ठे करके ये गल कहनी आ भी इहदे नाल नजिठिया किवें जावे, ताकि जो नुकसान असीं झल्ले आ वो तो असीं झल ले। सिक्खी तो नहीं खत्म होऊ, सिक्खी असीं सारे मर भी जाइए सिक्खी नहीं खत्म होनी, सारी कौम मर जाए तां भी नहीं खत्म होनी, क्योंकि यही सिक्खी गुरु साहब ने देती। फिर जिवें कहंदे सी अखां ते करीरां चों पैदा हो जाणगे। सो खालसा नहीं खत्म हो सकता, ये सोच आ। शब्द गुरु आ, शब्द गुरु नूं किवें मार लओगे? पर फिर भी जिउंदे वसदे लोक आ, एक साडा खिता गुरुआं दे नां ते धरती आ, ये उन्हां दे नां ते वसदी आ। ते जिहड़े अज जिउंदे जागदे लोक आ, जिन्हां दीयां जमीरां जागदियां, उन्हां नूं तां जिउंदे रखना, उन्हां नूं तां हੱਸਦੇ खेडदे रखना। सो साडा असीं समाज दे ओह पुरजे नहीं आ भी जिन्हां नूं कोई फर्क ही ना पवे। जो कुछ वापर रहा जिन्हां नूं नहीं पैंदा उन्हां दी आपदी कोई हस्ती नहीं आ, वो घरां च बैठे आ, ड्राइंग रूम च बैठ के आपदे लिविंग रूम च बैठ के टीवी लाया हो तो उन्होंने अज आपदे लंच ऐतवार का दिन आ तो लंच लुंच आपदे राजमा चौल बनाए होणगे ते खाई जाते होने आ वधिया। पर सानू पैंदा फर्क, असीं वो पुरजे नहीं है जिन्हां दी आपदी कोई हस्ती नहीं है। सो जे सानू फर्क पैंदा गल्लां उही करनियां अज आपां। सो अज दी गलबात इसे विषय दे इस विषय ते रहूगी भी जो घटनावां वापर रही उन्होंने उस सारे सिलसिले नूं किस तरह देखना, आउण वाले खतरे नूं किवें असीं घट तो घट नुकसान नाल साम सकते हैं। क्योंकि कई बार एक सवाल होर उठ जाता भी यार ये तो गल्लां नूं वधा चढ़ा के देख रहे हैं, इहो जी तो कोई गल वापर ही नहीं सकती। ये सारियां कौमां ते उठदा है सवाल, यहूदियां ते भी उठिया सी भी गल्लां नूं वधा चढ़ा के देखना, ये गल नहीं वापर सकती। जदों जर्मनी च इटली च यहूदियां ते पाबंदी लाउंदे सी, नवे नवे कानून लैके आउंदे सी, उदों उत्थे बैठे यहूदियां ने उस वेले ये गल भी नहीं कोई नहीं इन्ना क आपां कॉम्प्रोमाइज़ कर लेंगे, इन्नी क गल नाल असीं कोई गल नहीं सहमत हाँ। पर वो वापरदी एक सिस्टम उत्थों तक पहुँच गया जिथे उन्होंने बहुत वड्डी फिर नस्लकुशी हुई। जैनोसाइड साडे नाल भी वापरी है। जैनोसाइड तो बाद साडे नाल होया कि संघर्ष भी उठे, स्टेट की एक आपदी पावर आ, बहुत वड्डी पावर आ, उन्होंने एक आपदा बिरतांत रचन का ढंग आ। फिर उस सिस्टम चो स्टेट के नाल जिन्ने सैकुलरिस्ट आ, जिन्ने लैफ्ट आ, जिन्ने लिबरल्स आ, सारे जाके खड़ जाते हैं। फिर असीं कल्ले दे कल्ले अज इत्थे बैठे हैं जिन्ने वो आई समझो भी ये कोई महाराज की दात ही आ भी आप इन्ने इकट्ठे हो गए, क्योंकि अपने को किहड़ा कोई इहो जिहा सिस्टम आ भी आप बसां भर के कह दईए भी आ जाओ बई, या कोई पिंडां च शहरां च अपने कोई प्रधान या कोई बंदे लाए हुए आ, ये तो कोई है नहीं ना, पता एक जथेबंदी ऐलानी आ। सो जदों जैनोसाइड वापरी फिर उन्होंने गल समझ आई भी ये तो गल ही किते होर जा रही सी। इस सिस्टम च जिहड़ा साडे विरुद्ध सारिया गया ये एक जैनोसाइड नस्लकुशी की बिरती पई सी जिन्हों असीं पछाण ही ना सके। सो उस नस्लकुशी की बिरती ने जिन्हों जैनोसाइड इंपल्स कहते हैं वो किसी एक घटना नाल फ्लेयर अप होना हुंदा, वो एक घटना नाल फ्लेयर अप हुई ते सारी कौम ते नस्लकुशी वापरी। साडे नाल भी होया। उस तो बाद कौम करती की आ, कौम आपदे एक कंफर्ट
ਲੈਵਲ ਲੱਭਦੀ ਆ, ਕੰਫਰਟ ਜ਼ੋਨ ਲੱਭਦੀ ਆ। ਜਿਵੇਂ ਬਿੱਲੀ ਆਉਂਦੀ ਆ, ਕਬੂਤਰ ਅੱਖਾਂ ਨਹੀਂ ਮੀਚ ਲੈਂਦਾ, ਵਾਕਈ ਇਹ ਗੱਲ ਵਾਪਰਦੀ ਆ। ਆਪਦੇ ਕੰਫਰਟ ਜ਼ੋਨ 'ਚ ਚਲੇ ਜਾਂਦੇ ਆ। ਉਸ ਕੰਫਰਟ ਜ਼ੋਨ 'ਚ ਜੇ ਉਹਨਾਂ ਨੂੰ ਖਿੱਚੋ, ਤੁਸੀਂ ਆਪਦੇ ਕੰਫਰਟ ਜ਼ੋਨ 'ਚ ਆਪਦੀ ਉਦਾਹਰਨ ਲਾਓ। ਜੇ ਆਪਦੇ ਕੰਫਰਟ ਜ਼ੋਨ 'ਚ ਤੁਹਾਨੂੰ ਖਿੱਚਦੇ ਆ ਨਾ, ਤੇ ਤੁਹਾਨੂੰ ਲੱਗਦਾ ਨਹੀਂ ਯਾਰ ਇੱਥੋਂ ਨਹੀਂ ਮੈਂ ਨਿਕਲਣਾ, ਬੜਾ ਦਰਦ ਹੁੰਦਾ, ਕਿਉਂਕਿ ਉਹਨਾਂ ਨੂੰ ਰਿਐਲਿਟੀ ਦੀ ਸਮਝ ਨਹੀਂ ਆ ਹਜੇ। ਸੋ ਗੱਲਾਂ ਨੂੰ ਵਧਾ ਚੜਾ ਕੇ ਜਾਂ ਇਹ ਸੋਚੀਏ ਵੀ ਕੋਈ ਕੌਨਸਪੀਰੇਸੀ ਥਿਊਰੀ ਆਪਾਂ ਪੇਸ਼ ਕਰ ਰਹੇ ਹਾਂ, ਗੱਲ ਇਹ ਨਹੀਂ ਹੈ। ਗੱਲ ਜਾ ਕਿੱਧਰ ਨੂੰ ਰਹੀ ਆ, ਵਰਤਾਰੇ ਕੀ ਵਾਪਰ ਰਿਹਾ, ਘਟਨਾਵਾਂ ਕੀ ਵਾਪਰ ਰਹੀਆਂ, ਇਸ ਗੱਲ ਨੂੰ ਸਮਝ ਕੇ ਆਪਦੇ ਬੰਦਿਆਂ ਦਾ, ਆਪਦੀ ਕੌਮ ਦਾ ਅਸੀਂ ਕਿਸ ਢੰਗ ਨਾਲ ਉਸ ਆਉਣ ਵਾਲੇ ਨੁਕਸਾਨ ਤੋਂ ਮਾੜਾ ਮੋਟਾ ਸਾਂਭ ਸਕਦੇ ਹਾਂ, ਇਹੀ ਵਿਸ਼ਾ। ਇੰਨੀਆਂ ਕੁ ਬੇਨਤੀਆਂ ਹਜੇ ਮੈਂ ਕਰਨੀਆਂ ਸੀ, ਤੇ ਤੁਸੀਂ ਸਾਰੇ ਇੱਥੇ ਆਏ ਹੋ, ਬਹੁਤ ਬਹੁਤ ਧੰਨਵਾਦ। ਕਿਉਂਕਿ ਇੱਕ ਛੋਟੀ ਜਿਹੀ ਕਾਲ ਹੀ ਸੀ, ਹੋਰ ਤਾਂ ਕੁਛ ਨਹੀਂ। ਸੋ ਜਿਉਂਦੇ ਵਾਸਤੇ ਰਹੋ ਜੀ। ਤੇ ਇਸੇ ਤਰ੍ਹਾਂ ਅੱਜ ਗੰਭੀਰ ਕੁਛ ਗੱਲਬਾਤ ਕਰਾਂਗੇ, ਤੇ ਉਸ ਤੋਂ ਬਾਅਦ ਆਪਾਂ ਜੇ ਕੋਈ ਆਪਦੀ ਬੈਠ ਕੇ ਵੀ ਗੱਲਬਾਤ ਕਰਨੀ ਹੋਈ, ਉਹਦੇ ਲਈ ਵੀ ਮੈਂ ਇੱਥੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।